Good morning, students. How are you? I hope you all are fine. ਅੱਜ ਅਸੀਂ ਇਤਿਹਾਸ ਦੇ ਪਾਠ 5 ਗੁਪਤ ਕਾਲ ਬਾਰੇ ਪੜਾਂਗੇ। ਇਸ ਤੋਂ ਪਹਿਲਾਂ ਅਸੀਂ ਪਾਠ 4 ਵਿੱਚ ਮੌਰਿਆ ਸਾਮਰਾਜ ਬਾਰੇ ਪੜ੍ਹਿਆ ਸੀ ਕਿ ਮੌਰਿਆ ਸਾਮਰਾਜ ਨੇ ਭਾਰਤ ਵਿੱਚ ਸ਼ਕਤੀਸ਼ਾਲੀ ਸਾਮਰਾਜ ਦੀ ਸਥਾਪਨਾ ਕੀਤੀ ਸੀ। ਮਤਲਬ ਕਿ ਇਹ ਪਹਿਲਾ ਸਾਮਰਾਜ ਸੀ ਜਿਸ ਨੇ ਭਾਰਤ ਵਿੱਚ ਸ਼ਕਤੀਸ਼ਾਲੀ ਸਾਮਰਾਜ ਦੀ ਸਥਾਪਨਾ ਕੀਤੀ ਅਤੇ ਭਾਰਤ ਨੇ ਹਰੇਕ ਖੇਤਰ ਦੇ ਵਿੱਚ ਉੱਨਤੀ ਕੀਤੀ ਸੀ। ਅੱਜ ਅਸੀਂ ਗੁਪਤ ਕਾਲ ਬਾਰੇ ਪੜਾਂਗੇ। ਦੇਖੋ, ਮੌਰਿਆ ਸਾਮਰਾਜ ਦੇ ਪਤਨ ਦੇ ਨਾਲ ਹੀ ਭਾਰਤ ਵਿੱਚ ਰਾਜਨੀਤਿਕ ਅਸਥਿਰਤਾ ਦਾ ਵਾਤਾਵਰਣ ਪੈਦਾ ਹੋ ਗਿਆ। ਭਾਵ ਕਿ ਭਾਰਤ ਵਿੱਚ ਰਾਜਨੀਤਿਕ ਏਕਤਾ ਉਹ ਫਿਰ ਖਤਮ ਹੋ ਗਈ ਅਤੇ ਜਿਹੜੇ ਭਾਰਤ ਦੇ ਰਾਜਾ ਉਹ ਫਿਰ ਵੱਖਰੇ ਵੱਖਰੇ ਹੋ ਗਏ। ਦੇਖੋ, ਅਜਿਹੀ ਸਥਿਤੀ ਦਾ ਫਾਇਦਾ ਉਠਾ ਕੇ ਭਾਰਤ ਦੇ ਕਈ ਛੋਟੇ ਛੋਟੇ ਰਾਜਾਂ ਨੇ ਵੀ ਆਪਣੀ ਸੁਤੰਤਰਤਾ ਦਾ ਐਲਾਨ ਕਰ ਦਿੱਤਾ। ਮਤਲਬ ਕਿ ਮੌਰਿਆ ਸਾਮਰਾਜ ਦੇ ਪਤਨ ਤੋਂ ਬਾਅਦ ਜਿਹੜੇ ਰਾਜਿਆਂ ਨੂੰ ਕਿਸੇ ਦਾ ਡਰ ਨਹੀਂ ਰਿਹਾ। ਅਜਿਹੀ ਸਥਿਤੀ ਦਾ ਫਾਇਦਾ ਉਠਾ ਕੇ ਉਹਨਾਂ ਨੇ ਆਪਣੀ ਸੁਤੰਤਰਤਾ ਦਾ ਐਲਾਨ ਕਰਤਾ, ਮਤਲਬ ਕਿ ਉਹ ਸੁਤੰਤਰ ਹੋ ਗਏ। ਅੱਗੇ ਦੇਖੋ, ਭਾਰਤ ਦੇ ਕੁਝ ਹਿੱਸਿਆਂ 'ਤੇ ਵਿਦੇਸ਼ੀਆਂ ਨੇ ਵੀ ਆਪਣੇ ਰਾਜ ਕਾਇਮ ਕਰ ਲਏ। ਦੇਖੋ, ਮੌਰਿਆ ਸਾਮਰਾਜ ਦੇ ਪਤਨ ਤੋਂ ਬਾਅਦ ਭਾਰਤ ਦੀ ਰਾਜਨੀਤਿਕ ਸਥਿਤੀ ਇੰਨੀ ਕਮਜ਼ੋਰ ਹੋ ਗਈ ਕਿ ਕੁਝ ਵਿਦੇਸ਼ੀ ਰਾਜਿਆਂ ਨੇ ਵੀ ਆਪਣੇ ਭਾਰਤ ਦੇ ਕੁਝ ਹਿੱਸਿਆਂ ਵਿੱਚ ਆਪਣੇ ਰਾਜ ਕਾਇਮ ਕਰਨੇ ਸ਼ੁਰੂ ਕਰ ਦਿੱਤੇ। ਅੱਗੇ ਦੇਖੋ, ਇਹਨਾਂ ਸੁਤੰਤਰ ਰਾਜਾਂ ਵਿੱਚੋਂ ਉੱਤਰੀ ਭਾਰਤ ਦਾ ਕੁਸ਼ਾਣ ਰਾਜ ਅਤੇ ਦੱਖਣੀ ਭਾਰਤ ਦਾ ਸਾਤਵਾਹਨ ਰਾਜ ਬਹੁਤ ਪ੍ਰਸਿੱਧ ਹੈ। ਦੇਖੋ, ਜਿਹੜਾ ਕੁਸ਼ਾਣ ਵੰਸ਼ ਸੀ ਉਸਨੇ ਲਗਭਗ ਉੱਤਰੀ ਭਾਰਤ ਵਿੱਚ ਆਪਣਾ ਰਾਜ ਕਰ ਲਿਆ ਸੀ। ਜਿਹੜਾ ਸਾਤਵਾਹਨ ਸੀ ਉਸਨੇ ਦੱਖਣੀ ਭਾਰਤ ਦੇ ਵਿੱਚ ਆਪਣਾ ਰਾਜ ਕਾਇਮ ਕਰ ਲਿਆ ਸੀ। ਅੱਗੇ ਦੇਖੋ, ਚੌਥੀ ਸਦੀ ਈਸਵੀ ਪੂਰਵ ਵਿੱਚ ਭਾਰਤ ਵਿੱਚ ਗੁਪਤ ਵੰਸ਼ ਦੀ ਸਥਾਪਨਾ ਹੋਈ। ਦੇਖੋ, ਜੇ ਚੌਥੀ ਸਦੀ ਈਸਵੀ ਪੂਰਵ ਆਈ ਤਾਂ ਉਸ ਸਮੇਂ ਭਾਰਤ ਵਿੱਚ ਗੁਪਤ ਵੰਸ਼ ਦੀ ਸਥਾਪਨਾ ਹੋਈ। ਅੱਗੇ ਦੇਖੋ, ਸਮੁੰਦਰ ਗੁਪਤ ਅਤੇ ਚੰਦਰ ਗੁਪਤ ਦੂਜਾ ਇਸ ਵੰਸ਼ ਦੇ ਮਹਾਨ ਸ਼ਾਸਕ ਸਨ। ਦੇਖੋ, ਜਿਹੜੇ ਇਸ ਵੰਸ਼ ਦੇ ਸਭ ਤੋਂ ਮਹਾਨ ਸ਼ਾਸਕ ਕਿਹੜੇ ਸਨ? ਸਮੁੰਦਰ ਗੁਪਤ ਅਤੇ ਚੰਦਰ ਗੁਪਤ। ਉਹਨਾਂ ਨੇ ਨਾ ਕੇਵਲ ਗੁਪਤ ਸਾਮਰਾਜ ਦੀਆਂ ਸੀਮਾਵਾਂ ਦੇ ਵਿਸਤਾਰ ਵਿੱਚ ਸ਼ਲਾਘਾਯੋਗ ਯੋਗਦਾਨ ਹੀ ਦਿੱਤਾ, ਸਗੋਂ ਇਸ ਨੂੰ ਚੰਗੀ ਤਰ੍ਹਾਂ ਸੰਗਠਿਤ ਵੀ ਕੀਤਾ। ਕਹਿਣ ਦਾ ਭਾਵ ਕਿ ਉਹਨਾਂ ਨੇ ਸਿਰਫ ਆਪਣੇ ਰਾਜ ਦਾ ਵਿਸਤਾਰ ਹੀ ਨਹੀਂ ਕੀਤਾ, ਸਗੋਂ ਇੱਕ ਕੁਸ਼ਲ ਪ੍ਰਬੰਧ ਵੀ ਸਥਾਪਿਤ ਕੀਤਾ। ਅੱਗੇ ਦੇਖੋ, ਗੁਪਤ ਕਾਲ ਵਿੱਚ ਸਮਾਜਿਕ, ਆਰਥਿਕ, ਧਾਰਮਿਕ, ਕਲਾ, ਸਾਹਿਤ, ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰਾਂ ਵਿੱਚ ਹੈਰਾਨੀਜਨਕ ਉੱਨਤੀ ਹੋਈ। ਦੇਖੋ, ਇਸ ਕਾਲ ਦੇ ਵਿੱਚ ਹਰੇਕ ਖੇਤਰ ਦੇ ਵਿੱਚ, ਭਾਵੇਂ ਉਹ ਸਮਾਜਿਕ ਹੋ ਗਿਆ, ਆਰਥਿਕ ਹੋ ਗਿਆ, ਧਾਰਮਿਕ, ਕਲਾ, ਸਾਹਿਤ, ਵਿਗਿਆਨ, ਤਕਨਾਲੋਜੀ, ਮਤਲਬ ਕਿ ਸਾਰੇ ਖੇਤਰਾਂ ਦੇ ਵਿੱਚ ਹੈਰਾਨੀਜਨਕ ਉੱਨਤੀ ਹੋਈ। ਮਤਲਬ ਕਿ ਇੰਨੀ ਉੱਨਤੀ ਇਸ ਤੋਂ ਪਹਿਲਾਂ ਹੋਰ ਕਿਸੇ ਵੀ ਕਾਲ ਦੇ ਵਿੱਚ ਨਹੀਂ ਹੋਈ। ਅੱਗੇ ਦੇਖੋ, ਇਸ ਕਾਰਨ ਇਸ ਕਾਲ ਨੂੰ ਭਾਰਤੀ ਇਤਿਹਾਸ ਦਾ ਸੁਨਹਿਰੀ ਯੁੱਗ ਕਿਹਾ ਜਾਂਦਾ ਹੈ। ਗੁਪਤ ਕਾਲ ਵਿੱਚ ਹਰੇਕ ਖੇਤਰ ਦੇ ਵਿੱਚ ਬਹੁਤ ਹੀ ਹੈਰਾਨੀਜਨਕ ਉੱਨਤੀ ਹੋਈ। ਮਤਲਬ ਕਿ ਜਿੰਨੀ ਉੱਨਤੀ ਇਸ ਕਾਲ ਦੇ ਵਿੱਚ ਹੋਈ ਇਸ ਤੋਂ ਪਹਿਲਾਂ ਹੋਰ ਕਿਸੇ ਕਾਲ ਦੇ ਵਿੱਚ ਨਹੀਂ ਹੋਈ। ਇਸ ਕਰਕੇ ਇਸ ਕਾਲ ਨੂੰ ਭਾਰਤੀ ਇਤਿਹਾਸ ਦਾ ਸੁਨਹਿਰੀ ਯੁੱਗ ਕਿਹਾ ਜਾਂਦਾ ਹੈ, ਭਾਵ ਕਿ ਗੋਲਡਨ ਪੀਰੀਅਡ ਕਿਹਾ ਜਾਂਦਾ ਹੈ। ਅੱਗੇ ਦੇਖੋ, ਗੁਪਤ ਕਾਲ ਦੀ ਜਾਣਕਾਰੀ ਲਈ ਸਾਡੇ ਕੋਲ ਅਨੇਕ ਸੋਮੇ ਹਨ। ਮਤਲਬ ਕਿ ਗੁਪਤ ਕਾਲ ਦੀ ਜਾਣਕਾਰੀ ਦੇਣ ਵਾਲੇ ਸਾਡੇ ਕੋਲ ਅਨੇਕ ਸੋਮੇ ਹਨ, ਮਤਲਬ ਕਿ ਅਨੇਕ ਇਤਿਹਾਸਿਕ ਸਰੋਤ ਹਨ ਜਿਨ੍ਹਾਂ ਤੋਂ ਸਾਨੂੰ ਗੁਪਤ ਕਾਲ ਦੀ ਜਾਣਕਾਰੀ ਪ੍ਰਾਪਤ ਹੁੰਦੀ ਹੈ। ਦੇਖੋ, ਇਹਨਾਂ ਵਿੱਚੋਂ ਪ੍ਰਮੁੱਖ ਹਨ ਚੀਨੀ ਯਾਤਰੀ ਫਾਹਿਆਨ ਦਾ ਬਿਰਤਾਂਤ। ਦੇਖੋ, ਚੀਨੀ ਯਾਤਰੀ ਸੀ ਫਾਹਿਆਨ, ਉਹਦਾ ਜਿਹੜਾ ਬਿਰਤਾਂਤ ਆ, ਯਾਤਰਾ ਬਿਰਤਾਂਤ, ਉੱਥੋਂ ਵੀ ਸਾਨੂੰ ਉਸ ਸਮੇਂ ਦੀ ਮਹੱਤਵਪੂਰਨ ਜਾਣਕਾਰੀ ਮਿਲਦੀ ਹੈ। ਉਸ ਤੋਂ ਇਲਾਵਾ ਦੇਖੋ, ਕਾਲੀਦਾਸ ਦੀਆਂ ਰਚਨਾਵਾਂ ਤੋਂ ਵੀ ਸਾਨੂੰ ਕਾਫੀ ਮਹੱਤਵਪੂਰਨ ਜਾਣਕਾਰੀ ਮਿਲਦੀ ਹੈ। ਉਸ ਤੋਂ ਬਾਅਦ ਦੇਖੋ, ਵਿਸ਼ਾਖਾ ਦੱਤ ਦਾ ਦੇਵੀ ਚੰਦਰਮ ਗੁਪਤਮ, ਉਸ ਤੋਂ ਬਾਅਦ ਪੁਰਾਣ, ਉਸ ਤੋਂ ਬਾਅਦ ਦੇਖੋ ਹਰੀ ਸੇਨ ਦਾ ਇਲਾਹਾਬਾਦ ਸਤੰਭ ਲੇਖ, ਇਸ ਤੋਂ ਵੀ ਸਾਨੂੰ ਕਾਫੀ ਮਹੱਤਵਪੂਰਨ ਜਾਣਕਾਰੀ ਮਿਲਦੀ ਹੈ। ਅੱਗੇ ਦੇਖੋ, ਮਹਿਰੌਲੀ ਦਾ ਸਤੰਭ ਲੇਖ, ਗੁਪਤ ਸ਼ਾਸਕਾਂ ਦੁਆਰਾ ਜਾਰੀ ਕੀਤੇ ਗਏ ਸਿੱਕੇ। ਦੇਖੋ, ਗੁਪਤ ਸ਼ਾਸਕ ਸੀ ਔਰ ਸਮੇਂ ਸਮੇਂ 'ਤੇ ਸਿੱਕੇ ਜਾਰੀ ਕਰਦੇ ਰਹਿੰਦੇ ਸੀ। ਮੋਹਰਾਂ ਅਤੇ ਉਹਨਾਂ ਦੁਆਰਾ ਬਣਵਾਏ ਗਏ ਭਵਨ, ਮਤਲਬ ਕਿ
ਇਹਨਾਂ ਸਾਰੇ ਸਰੋਤਾਂ ਤੋਂ, ਸਾਰੇ ਸੋਮਿਆਂ ਤੋਂ ਸਾਨੂੰ ਗੁਪਤ ਕਾਲ ਦੇ ਬਾਰੇ ਮਹੱਤਵਪੂਰਨ ਜਾਣਕਾਰੀ ਮਿਲਦੀ ਹੈ। ਅੰਤ ਵਿੱਚ ਅਸੀਂ ਇਹੀ ਕਹਾਂਗੇ, ਜਿਹੜਾ ਗੁਪਤ ਕਾਲ ਸੀ ਭਾਰਤ ਦਾ ਸੁਨਹਿਰੀ ਯੁੱਗ ਸੀ। ਗੁਪਤ ਕਾਲ ਨੇ ਭਾਰਤ ਵਿੱਚ ਫੈਲੀ ਰਾਜਨੀਤਿਕ ਅਸਥਿਰਤਾ ਨੂੰ ਖਤਮ ਕਰਕੇ ਰਾਜਨੀਤਿਕ ਏਕਤਾ ਪੈਦਾ ਕੀਤੀ। ਸਮੁੰਦਰ ਗੁਪਤ ਅਤੇ ਚੰਦਰਗੁਪਤ ਦੂਜਾ ਇਸ ਵੰਸ਼ ਦੇ ਸਭ ਤੋਂ ਮਹਾਨ ਸ਼ਾਸਕ ਸਨ। ਬਲਕਿ ਇਹਨਾਂ ਨੇ ਗੁਪਤ ਸਾਮਰਾਜ ਦੀਆਂ ਸੀਮਾਵਾਂ ਦਾ ਕਾਫੀ ਵਿਸਤਾਰ ਕੀਤਾ ਅਤੇ ਇੱਕ ਕੁਸ਼ਲ ਸ਼ਾਸਨ ਪ੍ਰਬੰਧ ਵੀ ਕਾਇਮ ਕੀਤਾ, ਜਿਸ ਕਾਰਨ ਗੁਪਤ ਕਾਲ ਵਿੱਚ ਹਰੇਕ ਖੇਤਰ ਦੇ ਵਿੱਚ, ਭਾਵੇਂ ਸਮਾਜਿਕ ਹੋਵੇ, ਆਰਥਿਕ ਹੋਵੇ, ਕਲਾ ਦਾ ਹੋਵੇ ਜਾਂ ਵਿਗਿਆਨ ਦਾ, ਮਤਲਬ ਹਰੇਕ ਖੇਤਰ ਵਿੱਚ ਗੁਪਤ ਕਾਲ ਨੇ ਤਰੱਕੀ ਕੀਤੀ। ਇਸ ਕਾਰਨ ਇਸ ਨੂੰ ਭਾਰਤੀ ਇਤਿਹਾਸ ਦਾ ਸੁਨਹਿਰੀ ਯੁੱਗ ਕਿਹਾ ਜਾਂਦਾ ਹੈ। ਇਸ ਵੀਡੀਓ ਵਿੱਚ ਅਸੀਂ ਇਸ ਲੈਸਨ ਬਾਰੇ ਸੰਖੇਪ ਦੇ ਵਿੱਚ ਪੜ੍ਹਿਆ ਤੇ ਅਗਲੀ ਵੀਡੀਓ ਵਿੱਚ ਅਸੀਂ ਇਸ ਦੇ ਸ਼ੋਰਟ ਕੁਐਸਚਨ ਆਨਸਰ ਰੀਡ ਕਰਾਂਗੇ।